ਅਸੀਂ ਕੱਲ ਆਪਣਾ ਟੌਪਿਕ ਸਟਾਰਟ ਕਰਤਾ ਸੀਗਾ ਬੁੱਧ ਧਰਮ ਦਾ। ਉਹਦੇ 'ਚ ਮਹਾਤਮਾ ਬੁੱਧ ਦਾ ਜੀਵਨ ਔਰ ਉਹਨਾਂ ਦੀ ਜੋ ਬੈਕਗਰਾਊਂਡ ਸੀ, ਸਰਕਮਸਟੈਂਸਿਸ ਸੀਗੇ, ਉਹ ਅਸੀਂ ਪਹਿਲਾਂ ਵੀ ਡਿਸਕਸ ਕੀਤੇ ਹੋਏ ਆ। ਔਰ ਹੁਣ ਅਸੀਂ ਜਿਹੜਾ ਅੱਜ ਟੌਪਿਕ ਕਰਨਾ ਹੈਗਾ ਉਹ ਹੈ ਉਹਨਾਂ ਦੀ ਸਿੱਖਿਆਵਾਂ, ਜਿਹਦੇ 'ਚ ਜਿਹੜਾ ਫਸਟ ਪਾਰਟ ਸੀਗਾ ਕਿ 4 ਮਹਾਨ ਸੱਚਾਈਆਂ ਜਿਹੜੀਆਂ ਜ਼ਿੰਦਗੀ ਦੀਆਂ ਨੇ, ਕਿ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਮਨੁੱਖ ਦੀਆਂ ਇੱਛਾਵਾਂ ਨੇ, ਔਰ ਇਹਨਾਂ ਇੱਛਾਵਾਂ 'ਤੇ ਕਾਬੂ ਕਰਕੇ ਹੀ ਅਸੀਂ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰ ਸਕਦੇ ਹਾਂ। ਤੇ ਇਹਨਾਂ ਇੱਛਾਵਾਂ 'ਤੇ ਕਾਬੂ ਕਰਨ ਦਾ ਜਿਹੜਾ ਤਰੀਕਾ ਹੈ ਉਹ ਹੈ ਅਸ਼ਟ ਮਾਰਗ, ਯਾਨੀ ਮੱਧ ਮਾਰਗ। ਉਹ ਹੁਣ ਸਾਡਾ ਸੈਕੰਡ ਪੁਆਇੰਟ ਬਣੇਗਾ ਕਿ ਇਹ ਅਸ਼ਟ ਮਾਰਗ ਕੀ ਹੈ। ਅਸ਼ਟ ਮੈਨੇ ਮਤਲਬ ਹੁੰਦਾ ਬੇਟਾ 8, ਮਾਰਗ ਮੈਨੇ ਹੈ ਕਿ 8 ਰਸਤੇ। ਉਹ 8 ਰਸਤੇ ਕਿਹੜੇ ਨੇ, ਇਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਹੈਗੇ ਆਸਾਨ ਹੈ, ਲੇਕਿਨ ਉਹਨੂੰ ਅਸੀਂ ਸੀਰੀਅਲ ਵਾਈਜ਼ ਦੇਖਣਾ। ਨੰਬਰ 1 ਹੈਗਾ ਕਿ ਸੱਚਾ ਕਰਮ, ਕਿ ਵਿਅਕਤੀ ਨੂੰ ਆਪਣਾ ਕੋਈ ਵੀ ਜਿਹੜਾ ਕੰਮ ਹੈ ਉਹ ਸਹੀ ਢੰਗ ਦੇ ਨਾਲ, ਸੱਚੇ ਢੰਗ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ, ਜਿੰਨੀ ਕਿ ਉਸ ਵਿਅਕਤੀ ਨੂੰ ਸਮਝ ਹੈ। ਕਿਉਂਕਿ ਜਿੱਦਾਂ ਮੈਂ ਤੁਹਾਨੂੰ ਇੱਕ ਕੱਲ੍ਹ ਵੀ ਐਗਜ਼ਾਮਪਲ ਦੇ ਕੇ ਦੱਸੀ ਸੀ ਕਿ ਕਈ ਵਾਰੀ ਹਾਲਾਤ ਇੱਦਾਂ ਦੇ ਹੁੰਦੇ ਆ ਕਿ ਸਾਨੂੰ ਉਹਨਾਂ 'ਚ ਸਮਝ ਨਹੀਂ ਆਉਂਦਾ ਕਿ ਉਰੇ ਸਾਡਾ ਫਰਜ਼ ਕੀ ਬਣਦਾ, ਅਤੇ ਉੱਥੇ ਜੋ ਸਾਨੂੰ ਉਸ ਵੇਲੇ ਆਪਣਾ ਫਰਜ਼ ਠੀਕ ਲੱਗੇ, ਸਾਨੂੰ ਉਸ ਫਰਜ਼ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ, ਅਤੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਸੱਚਾ ਕਰਮ। ਦੂਸਰਾ ਹੈ ਕਿ ਸੱਚਾ ਕਰਮ ਦੇ ਲਈ ਜ਼ਰੂਰੀ ਕੀ ਹੈ, ਸੱਚੇ ਕਰਮ ਦੇ ਨਾਲ ਹੁੰਦਾ ਕੀ ਹੈ। ਉਹ ਹੈ ਕਿ ਸੱਚਾ ਵਿਚਾਰ। ਸਾਡੇ ਜਿਹੜੇ ਵਿਚਾਰ ਨੇ ਉਹ ਠੀਕ ਹੋਣੇ ਚਾਹੀਦੇ ਨੇ, ਤਾਂ ਕਿ ਵਿਚਾਰ ਠੀਕ ਹੋਣਗੇ ਤਾਂ ਬੁੱਧੀ ਜਿਹੜੀ ਹੈ ਠੀਕ ਰਹੇਗੀ ਔਰ ਸਾਡੇ ਕਰਮ ਵੀ ਠੀਕ ਹੋਣਗੇ। ਤੀਸਰਾ ਹੈ ਸੱਚਾ ਵਿਸ਼ਵਾਸ, ਕਿ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਬਿਲਕੁਲ ਸੱਚਾ ਹੋਣਾ ਚਾਹੀਦਾ ਹੈ। ਜਿਵੇਂ ਅਸੀਂ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ ਇਸ ਚੀਜ਼ 'ਚ ਵਿਸ਼ਵਾਸ ਹੈ, ਲੇਕਿਨ ਹੁੰਦਾ ਨਹੀਂ ਹੈ, ਅਤੇ ਉਹ ਜੇ ਨਹੀਂ ਹੈ ਤਾਂ ਫਿਰ ਇਹਦਾ ਮਤਲਬ ਉਹ ਸਾਡਾ ਪੂਰਾ ਵਿਸ਼ਵਾਸ ਨਹੀਂ ਹੈ, ਅਤੇ ਫਿਰ ਅਸੀਂ ਉਸ ਸੰਬੰਧ 'ਚ ਕੋਈ ਸੱਚਾ ਵਿਚਾਰ ਜਾਂ ਸਹੀ ਵਿਚਾਰ ਵੀ ਨਹੀਂ ਰੱਖ ਸਕਾਂਗੇ, ਫਿਰ ਅਸੀਂ ਐਕਟ ਵੀ ਨਹੀਂ ਕਰ ਪਾਵਾਂਗੇ। ਔਰ ਉਹਦੇ ਲਈ ਜ਼ਰੂਰੀ ਕੀ ਹੈ ਕਿ ਸਾਡਾ ਆਪਣਾ ਰਹਿਣ ਸਹਿਣ, ਖਾਣ ਪੀਣ ਉਸ ਢੰਗ ਦਾ ਹੋਣਾ ਚਾਹੀਦਾ, ਤਾਂ ਕਿ ਸਾਡਾ ਉਹ ਵਿਚਾਰ ਉਸ ਢੰਗ ਦੇ ਨਾਲ ਬਣਿਆ ਰਹਿ ਸਕੇ। ਔਰ ਫਿਰ ਪੰਜਵਾਂ ਹੈ ਸੱਚਾ ਵਚਨ। ਸੱਚੇ ਵਚਨ ਤੋਂ ਬੇਟਾ ਭਾਵ ਕੀ ਹੈ ਕਿ ਜਿਹੜਾ ਸ਼ਬਦ ਸਾਡੇ ਮੂੰਹ 'ਚੋਂ ਨਿਕਲ ਰਹੇ, ਜੋ ਸਾਡੀ ਬਾਣੀ ਨਿਕਲੇ, ਉਹ ਬਾਣੀ ਮਿਠਾਸ ਵਾਲੀ ਹੋਏ, ਕਿਸੇ ਨੂੰ ਤਕਲੀਫ ਦੇਣ ਵਾਲੀ ਨਾ ਹੋਏ, ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਾ ਹੋਏ, ਅਤੇ ਜੋ ਅਸੀਂ ਕਹੀਏ ਔਰ ਉਸ 'ਤੇ ਅਸੀਂ ਖਰੇ ਉਤਰੀਏ, ਇਸ ਢੰਗ ਦਾ ਵਚਨ ਸਾਡਾ ਹੋਣਾ ਚਾਹੀਦਾ ਹੈ। ਔਰ ਉਸੇ ਦ੍ਰਿਸ਼ਟੀਕੋਣ 'ਚ ਫਿਰ ਜਿਹੜੀਆਂ ਸਾਡੀਆਂ ਐਫਰਟਸ ਹੋਣੀਆਂ ਚਾਹੀਦੀਆਂ, ਕੋਸ਼ਿਸ਼ਾਂ ਵੀ ਉਸ ਦਿਸ਼ਾ ਦੇ ਵਿੱਚ ਹੋਣੀਆਂ ਚਾਹੀਦੀਆਂ। ਔਰ ਲਾਸਟ ਵਿੱਚ ਹੈ ਬੇਟਾ ਸੱਚਾ ਗਿਆਨ, ਅਤੇ ਜਦੋਂ ਸਾਨੂੰ ਇਹ ਹਾਸਲ ਹੋ ਜਾਂਦਾ ਹੈ ਫਿਰ ਸਾਨੂੰ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਅਧੂਰੀ ਨਹੀਂ ਰਹਿ ਜਾਂਦੀ, ਯਾਨੀ ਬ੍ਰਹਮਾਂਡ ਦਾ ਗਿਆਨ ਸਾਨੂੰ ਫਿਰ ਪ੍ਰਾਪਤ ਹੋ ਜਾਂਦਾ ਹੈ। ਔਰ ਉਸ ਤੋਂ ਬਾਅਦ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੱਚੀ ਸਮਾਧੀ, ਕਿ ਜਦੋਂ ਵਿਅਕਤੀ ਤੇ ਆਪਣੇ ਔਰ ਪਰਮਾਤਮਾ ਦੇ ਵਿੱਚ, ਜੇ ਅਸੀਂ ਪਰਮਾਤਮਾ ਦੀ ਗੱਲ ਕਰੀਏ, ਜੇ ਪ੍ਰਕਿਰਤੀ ਦੀ ਗੱਲ ਕਰੀਏ ਤਾਂ ਪ੍ਰਕਿਰਤੀ, ਉਹਦੇ ਵਿੱਚ ਜੋ ਕੋਈ ਅੰਤਰ ਹੈਗਾ ਉਹ ਅੰਤਰ ਸਦਾ ਦੇ ਲਈ ਖਤਮ ਹੋ ਜਾਂਦੇ। ਉਹ ਕਹਿੰਦੇ ਜੇ ਤੁਸੀਂ ਇਹ 8 ਤਰੀਕੇ ਅਪਣਾ ਲਏ ਔਰ ਇਹਨਾਂ 8 ਤਰੀਕਿਆਂ 'ਤੇ ਤੁਸੀਂ ਸਹੀ ਢੰਗ ਨਾਲ ਚੱਲਣ ਵਿੱਚ ਕਾਮਯਾਬ ਹੋ ਗਏ, ਤਾਂ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ, ਫਿਰ ਤੁਸੀਂ ਆਪਣੀਆਂ ਇੰਦਰੀਆਂ 'ਤੇ, ਆਪਣੀਆਂ ਇੱਛਾਵਾਂ 'ਤੇ ਕਾਬੂ ਕਰ ਲਓਗੇ। ਪਰ ਸਵਾਲ ਹੈ ਕਿ ਇਹਨਾਂ ਅਸ਼ਟ ਮਾਰਗ ਦੇ ਉੱਤੇ, ਇਸ ਮੱਧ ਮਾਰਗ ਦੇ ਉੱਤੇ ਚੱਲਣਾ ਹੀ ਬੜਾ ਔਖਾ ਹੈ। ਇਹੀ ਸਾਡੀ ਸਾਰੀ ਜ਼ਿੰਦਗੀ ਦੀ ਐਫਰਟ ਹੋ ਜਾਂਦੀ ਹੈ ਵੀ ਅਸੀਂ ਇਹਦੇ ਉੱਤੇ ਚੱਲਣਾ ਕਿੱਦਾਂ ਹੈਗਾ। ਉਹਦੇ 'ਤੇ ਚੱਲਣ ਦੇ ਲਈ ਸਾਨੂੰ ਆਪਣੇ ਮਨ ਦੇ ਵਿੱਚ ਸੰਕਲਪ ਕਰਨਾ ਪੈਂਦਾ, ਸਾਨੂੰ 'ਤੇ ਚੱਲਣ ਦੇ ਲਈ ਮਾਈਂਡ ਦੀ ਵਿੱਚ ਜਿਹੜੀ ਹੈ ਕਲੈਰਿਟੀ ਲੈ ਕੇ ਆਉਣੀ ਪੈਂਦੀ ਹੈ। ਜਿਵੇਂ ਕਈ ਵਿਅਕਤੀ ਕਹਿੰਦੇ ਜੀ ਮੈਂ ਪੂਰੀ ਇਮਾਨਦਾਰੀ ਨਾਲ ਜੀਵਨ ਬਤੀਤ ਕਰੂੰਗਾ, ਕਦੇ ਕੋਈ ਰਿਸ਼ਵਤ ਨਹੀਂ ਲਊਂਗਾ, ਪਰ ਜਦੋਂ ਕਿਤੇ ਕੋਈ ਪ੍ਰੈਸ਼ਰ ਪੈਂਦਾ ਤਾਂ ਰਿਸ਼ਵਤ ਲੈ ਲੈਂਦੇ ਨੇ। ਇਹਦਾ ਮਤਲਬ ਉਹਦੇ ਆਪਣੇ ਮਾਈਂਡ ਦੇ ਵਿੱਚ ਕਲੈਰਿਟੀ ਨਹੀਂ ਹੈ ਕਿ ਜਦੋਂ ਮੇਰੇ 'ਤੇ ਇਹ ਪ੍ਰੈਸ਼ਰ ਆਏਗਾ ਕਿ ਮੈਂ ਰਿਸ਼ਵਤ ਲੈਣ ਦਾ, ਤਾਂ ਮੈਂ ਉਸ ਵੇਲੇ ਆਪਣੇ ਮਨ ਨੂੰ ਕਿੱਦਾਂ ਸਮਝਾਉਣਾ ਹੈਗਾ, ਅਤੇ ਮੈਂ ਆਪਣੇ ਆਪ ਨੂੰ ਰਿਸ਼ਵਤ ਤੋਂ ਕਿੱਦਾਂ ਦੂਰ ਰੱਖਣਾ ਹੈ। ਤਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਆਉਂਦੀਆਂ ਨੇ। ਇਹਦੀ ਡਿਟੇਲ 'ਚ ਕਦੇ ਚਰਚਾ ਫਿਰ ਵੀ ਕਰਾਂਗੇ। ਤਾਂ ਨੈਕਸਟ ਹੈ ਸਾਡੇ ਕੋਲ ਉਸ ਪੁਆਇੰਟ, ਮਹਾਤਮਾ ਬੁੱਧ ਨੇ ਕਿਹਾ ਅਹਿੰਸਾ। ਔਰ ਉਹਨਾਂ ਦੀਆਂ ਕਈ ਕਹਾਣੀਆਂ ਵੀ ਨੇ ਵੀ ਇੱਕ ਬੱਤਖ ਦੇ ਚੋਟ ਲੱਗ ਗਈ ਅਤੇ ਉਹ ਬੱਤਖ 'ਤੇ ਉਹਨਾਂ ਨੇ ਮਰਮ ਪੱਟੀ ਕੀਤੀ। ਤਾਂ ਮਹਾਤਮਾ ਬੁੱਧ ਨੇ ਵੀ ਮਹਾਵੀਰ ਜੈਨ ਦੀ ਤਰ੍ਹਾਂ ਅਹਿੰਸਾ 'ਤੇ ਜ਼ੋਰ ਦਿੱਤਾ ਕਿ ਕਿਸੇ ਨੂੰ ਮਾਰਨਾ ਨਹੀਂ, ਮਾਰਨਾ ਪਾਪ ਹੈ, ਕਿਸੇ ਨੂੰ ਕਸ਼ਟ ਨਹੀਂ ਦੇਣਾ। ਲੇਕਿਨ ਮਹਾਤਮਾ ਬੁੱਧ ਨੇ ਓਨੀ ਕਠੋਰ ਹਿੰਸਾ ਨਹੀਂ ਕਿਹਾ ਜਿੰਨੀ ਕਠੋਰ ਅਹਿੰਸਾ ਅਸੀਂ ਜੈਨ ਧਰਮ 'ਚ ਪੜ੍ਹਦੇ ਹਾਂ ਕਿ ਮੂੰਹ 'ਤੇ ਵੀ ਪੱਟੀ ਲਾ ਲਓ, ਪੈਰ ਵੀ ਨੰਗੇ ਰੱਖਣੇ ਹੈ, ਅਣਜਾਣੇ ਵਿੱਚ ਵੀ ਜਿਹੜਾ ਹੈਗਾ ਕੋਈ ਨਹੀਂ, ਸਾਹ ਦੇ ਵਿੱਚ ਵੀ ਕੋਈ ਕੀਟਾਣੂ ਆ ਕੇ ਨਹੀਂ ਮਰਨਾ ਚਾਹੀਦਾ। ਓਨੀ ਜਿਹੜੀ ਹੈਗੀ ਐਕਸਟ੍ਰੀਮ ਜਿਹੜੀ ਹੈਗੀ ਹੈ ਨੋਨ ਵਾਇਲੈਂਸ, ਉਹਦੇ 'ਤੇ ਮਹਾਤਮਾ ਬੁੱਧ ਨੇ ਜ਼ੋਰ ਨਹੀਂ ਦਿੱਤਾ।
ਉਸ ਤੋਂ ਬਾਅਦ ਹੈ ਕਿ ਈਸ਼ਵਰ ਦੇ ਸੰਬੰਧ ਦੇ ਵਿੱਚ ਮਹਾਤਮਾ ਬੁੱਧ ਜਿਹੜੇ ਨੇ ਉਹ ਚੁੱਪ ਰਹਿੰਦੇ, ਯਾਨੀ ਉਹ ਨਾ ਤਾਂ ਇਸ ਗੱਲ ਦੇ ਉੱਤੇ ਬੁੱਧਿਜ਼ਮ ਜ਼ੋਰ ਦਿੰਦਾ ਕਿ ਈਸ਼ਵਰ ਹੈਗਾ, ਨਾ ਇਸ ਗੱਲ ਦੇ ਉੱਤੇ ਕਹਿੰਦਾ ਕਿ ਬੁੱਧਿਜ਼ਮ ਵੀ ਈਸ਼ਵਰ ਨਹੀਂ ਹੈਗਾ, ਉਹਦੇ ਤੇ ਸਾਇਲੈਂਸ ਹੋ ਜਾਂਦੇ ਨੇ। ਯਾਨੀ ਨੇਚਰ ਤੱਕ, ਆਤਮਾ ਔਰ ਪਰਮਾਤਮਾ ਤੱਕ, ਜਿਹਨੂੰ ਅਸੀਂ ਪਰਮ ਆਤਮਾ ਕਹਿ ਦਿੰਦੇ ਹਾਂ, ਈਸ਼ਵਰ ਨੂੰ ਅਲੱਗ ਕੰਸੈਪਟ ਦੇ ਰਾਹੀਂ ਉੱਥੋਂ ਤੱਕ ਹੀ ਜਾਂਦੇ ਨੇ। ਕਰਮ ਸਿਧਾਂਤ ਦੇ ਉੱਤੇ ਵਿਸ਼ਵਾਸ ਰੱਖਦੇ ਨੇ, ਉਹ ਤਾਂ ਅਸੀਂ ਪਹਿਲਾਂ ਵੀ ਬੇਟਾ ਪੜ੍ਹਿਆ ਹੈਗਾ। ਔਰ ਜਿੱਦਾਂ ਅਸੀਂ ਜੈਨ ਧਰਮ 'ਚ ਪੜ੍ਹਿਆ ਸੀਗਾ ਕਿ ਉਹਨਾਂ ਦਾ ਜੀਵਨ ਦਾ ਅੰਤਿਮ ਲਕਸ਼ ਹੈ ਜਿਹੜਾ ਹੈਗਾ ਉਹ ਨਿਰਵਾਣ ਦੀ ਪ੍ਰਾਪਤੀ ਹੈ। ਉੱਦਾਂ ਹੀ ਨਿਰਵਾਣ ਨੂੰ ਕੈਵਲਿਆ ਜਿਹੜਾ ਅਸੀਂ ਕਹਿ ਦਿੰਦੇ ਨਾਲ ਦੀ ਨਾਲ, ਉਹ ਬੁੱਧ ਧਰਮ ਦੇ ਵਿੱਚ ਵੀ ਉਸ ਦਾ ਅਲਟੀਮੇਟ ਜਿਹੜਾ ਏਮ ਹੈਗਾ ਉਹ ਉਹੀ ਹੈ, ਜਿਸ ਨੂੰ ਅਸੀਂ ਸੱਚਖੰਡ ਦੀ ਅਵਸਥਾ ਕਹਿ ਦਿੰਦੇ ਹਾਂ, ਸੱਚੀ ਸਮਾਧੀ ਦੀ ਅਵਸਥਾ ਕਹਿ ਦਿੰਦੇ ਹਾਂ, ਸੱਚੇ ਗਿਆਨ ਦੀ ਪ੍ਰਾਪਤੀ ਦੀ ਅਵਸਥਾ ਕਹਿ ਦਿੰਦੇ ਹਾਂ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਨਾਮ ਵੱਖਰੇ ਨੇ, ਲੇਕਿਨ ਉਹਦੀ ਜਿਹੜੀਆਂ ਨੇਚਰ ਹੈਗੀ ਹੈ, ਉਹਦਾ ਸਵਰੂਪ ਹੈ, ਉਹ ਸੇਮ ਅਸੀਂ ਕਹਿ ਸਕਦੇ ਹਾਂ। ਔਰ ਉਸ ਤੋਂ ਬਾਅਦ ਹੈ ਕਿ ਵੇਦਾਂ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ, ਜਾਣੀ ਜੋ ਹਿੰਦੂ ਧਰਮ ਦੇ ਰੀਤੀ ਰਿਵਾਜ ਸਨ, ਜੋ ਹਿੰਦੂ ਧਰਮ ਦੇ ਉਸ ਵੇਲੇ ਦੇ ਪ੍ਰਚਲਿਤ ਵਿਚਾਰਧਾਰਾਵਾਂ ਸਨ, ਉਹਨਾਂ 'ਚ ਬੁੱਧ ਧਰਮ ਜਿਹੜਾ ਹੈਗਾ ਵਿਚਾਰ ਨਹੀਂ ਰੱਖਦਾ। ਇਸੇ ਕਰਕੇ ਇੱਕ ਨਵੀਂ ਫਿਲੋਸਫੀ ਜਿਹੜੀ ਅਲੱਗ ਫਿਲੋਸਫੀ ਦੇ ਤੌਰ ਦੇ ਉੱਤੇ ਬੁੱਧਿਜ਼ਮ ਜਿਹੜਾ ਹੈਗਾ ਆਉਂਦਾ ਹੈ। ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਫਿਲੋਸਫੀਕਲ ਬੈਕਗਰਾਊਂਡਸ ਨੇ ਉਹ ਬੁੱਧਿਜ਼ਮ ਦੀਆਂ ਜਾਂ ਹਿੰਦੂ ਧਰਮ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ, ਪਰ ਜਿਹੜੇ ਉਹਨਾਂ ਦੇ ਪ੍ਰਚਲਿਤ ਰੀਤੀ ਰਿਵਾਜ ਨੇ, ਯੱਗ ਹੈ, ਬਲੀ ਹੈ, ਜਾਤੀ ਪ੍ਰਥਾ ਹੈ, ਤਪੱਸਿਆ ਹੈ, ਉਹਦੇ ਉੱਤੇ ਬੁੱਧ ਧਰਮ ਦਾ ਜਿਹੜਾ ਵਿਸ਼ਵਾਸ ਨਹੀਂ ਹੈ। ਹਾਲਾਂਕਿ ਬੁੱਧਿਜ਼ਮ ਖੁਦ ਜਿਹੜੇ ਮੌਂਕਸ ਨੇ ਉਹ ਬੜੀ ਮੈਡੀਟੇਸ਼ਨ ਔਰ ਤਪੱਸਿਆ ਦੇ ਉੱਤੇ ਜ਼ੋਰ ਦਿੰਦੇ ਨੇ। ਸਦਾਚਾਰ ਉੱਤੇ ਜ਼ੋਰ ਹੈ, ਗਿਆਨ ਤੇ ਦਲੀਲ ਦੀ ਜ਼ਰੂਰਤ ਹੈ। ਬੁੱਧਿਜ਼ਮ ਬੜਾ ਲੌਜੀਕਲਿਜ਼ਮ ਜਿਹੜਾ ਹੈਗਾ ਉਹ ਵੀ ਮੰਨਿਆ ਜਾਂਦਾ, ਕਿਉਂਕਿ ਦੋ ਚੀਜ਼ਾਂ ਬੇਟਾ ਹੁੰਦੀਆਂ ਨੇ, ਇਹ ਪੈਰਲਲ ਚੱਲਦੀਆਂ, ਇਹਨਾਂ ਨੂੰ ਸਮਝਣ ਦੀ ਬੜੀ ਲੋੜ ਹੈ। ਇੱਕ ਹੁੰਦੀ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵਿਸ਼ਵਾਸ। ਤੋ ਆਮ ਤੌਰ ਦੇ ਉੱਤੇ ਅਸੀਂ ਵਿਸ਼ਵਾਸ ਦੇ ਸੰਬੰਧ 'ਚ ਤਾਂ ਇੱਥੋਂ ਤੱਕ ਕਹਿ ਦਿੰਦੇ ਹਾਂ ਕਿ ਵਿਸ਼ਵਾਸ ਤੋਂ ਬਿਨਾਂ ਤਾਂ ਜੀ ਦੁਨੀਆ ਨਹੀਂ ਚੱਲਦੀ, ਵਿਸ਼ਵਾਸ ਤਾਂ ਕਰਨਾ ਹੀ ਪੈਂਦਾ, ਔਰ ਇਹ ਸੁਭਾਵਿਕ ਵੀ ਹੈ। ਨੋਰਮਲ ਲਾਈਫ ਦੇ ਵਿੱਚ ਇਹ ਆਮ ਤੌਰ ਦੇ ਉੱਤੇ ਸਾਨੂੰ ਦੇਖਣ ਨੂੰ ਵੀ ਮਿਲਦਾ ਔਰ ਹੁੰਦਾ ਵੀ ਹੈ। ਪਰ ਲੇਕਿਨ ਵਿਸ਼ਵਾਸ ਸਾਡਾ ਅੰਧ ਵਿਸ਼ਵਾਸ ਬਣ ਜਾਂਦਾ ਜਦੋਂ ਉਹਦੇ ਪਿੱਛੇ ਤਰਕ ਨਹੀਂ ਹੁੰਦਾ, ਲੌਜਿਕ ਨਹੀਂ ਹੁੰਦਾ। ਤੇ ਤਰਕ ਤੇ ਲੌਜਿਕ ਅਸੀਂ ਕਿਹਨੂੰ ਕਹਿ ਦਿੰਦੇ ਹਾਂ, ਦਲੀਲ ਕਿਹਨੂੰ ਕਹਿ ਦਿੰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਦੇ ਸੰਬੰਧ ਦੇ ਵਿੱਚ ਸਵਾਲ ਪੁੱਛਦੇ ਹਾਂ, ਉਹਨਾਂ ਸਵਾਲਾਂ ਦੇ ਜਵਾਬ ਲੈਂਦੇ ਹਾਂ, ਔਰ ਸਵਾਲਾਂ ਦੇ ਜਵਾਬ ਤੋਂ ਬਾਅਦ ਫਿਰ ਸਵਾਲ ਪੁੱਛਦੇ ਹਾਂ, ਫਿਰ ਜਵਾਬ ਲੈਂਦੇ ਹਾਂ, ਔਰ ਇਹ ਪ੍ਰਕਿਰਿਆ ਲਗਾਤਾਰ, ਜਿਹਨੂੰ ਅਸੀਂ ਪੁਰਾਣੀ ਫਿਲੋਸਫੀ ਦੇ ਵਿੱਚ ਵੀ ਪੜ੍ਹਿਆ ਸੀਗਾ, ਉਹ ਤਰਕ ਸ਼ਾਸਤਰ ਦੇ ਵਿੱਚ ਅਸੀਂ ਅੱਗੇ ਤੱਕ ਚਲੇ ਜਾਂਦੇ ਹਾਂ ਜਦੋਂ ਸਾਡੇ ਤਰਕ ਬੰਦ ਹੋ ਜਾਂਦੇ। ਐਗਜ਼ਾਮਪਲ ਦੇ ਤੌਰ ਦੇ ਉੱਤੇ ਹੁਣ ਜੇ ਤੁਸੀਂ ਕਿਸੇ ਨੂੰ ਪੁੱਛੋ ਵੀ ਭਾਈ ਵਿਅਕਤੀ ਦੇ ਜੀਵਨ ਤੋਂ ਪਹਿਲਾਂ ਵਿਅਕਤੀ ਕਿੱਥੇ ਹੁੰਦਾ ਹੈ, ਤਾਂ ਅਸੀਂ ਸਾਰੀਆਂ ਗੱਲਾਂ ਜੋ ਤੁਹਾਡੇ ਨਾਲ ਲੋਕ ਕਰਨਗੇ ਉਹ ਸਾਰੀਆਂ ਗੱਲਾਂ ਵਿਸ਼ਵਾਸ ਉੱਤੇ ਆਧਾਰਿਤ ਹੋਣਗੀਆਂ ਕਿ ਜੀ ਸਾਡੇ ਗ੍ਰੰਥਾਂ 'ਚ ਇੱਦਾਂ ਲਿਖਿਆ ਹੈ, ਸਾਡੇ ਮਹਾਂਪੁਰਸ਼ਾਂ ਨੇ ਇੱਦਾਂ ਕਿਹਾ ਹੈ, ਉਹਨੇ ਇੱਦਾਂ ਕੀਤਾ ਹੈ, ਉਹਨੇ ਇੱਦਾਂ ਕੀਤਾ ਹੈ। ਅਤੇ ਜੇ ਉਹਨੂੰ ਪੁੱਛੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਆਪਣੇ ਤਜਰਬੇ ਤੋਂ ਦੱਸੋ, ਤਾਂ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ। ਹੁਣ ਤੁਹਾਨੂੰ ਕੀ ਕਵੇ ਵੀ ਇਹਨੂੰ ਅਸੀਂ ਮੈਂ ਨਹੀਂ ਮੰਨਦਾ, ਤੇ ਉਹ ਬੰਦਾ ਕਹਿੰਦਾ ਕਿ ਮੈਨੂੰ ਤਾਂ ਪਹਿਲਾਂ ਕਨਵਿੰਸ ਕਰਾਓ, ਤੇ ਫਿਰ ਉਹ ਬੰਦਾ ਸਵਾਲ ਪੁੱਛੇਗਾ, ਫਿਰ ਤੁਸੀਂ ਉਹਨੂੰ ਤਰਕ ਦੇ ਰਾਹੀਂ ਜਵਾਬ ਦਿਓਗੇ ਨਾ। ਜੇ ਸਿੱਧਾ ਕਹੋਗੇ ਭਾਈ ਸੱਚ ਦਾ ਸੁਣਿਆ ਸੀਗਾ ਮੰਨ ਲੈ, ਜੇ ਨਹੀਂ ਮੰਨਣਾ ਨਾ ਮੰਨ, ਤਾਂ ਪੜ੍ਹਿਆ ਲਿਖਿਆ ਵਿਅਕਤੀ ਤੇ ਕੰਮ ਨਹੀਂ ਕਰ ਸਕਦਾ। ਪੜ੍ਹਿਆ ਲਿਖਿਆ ਵਿਅਕਤੀ ਉਹਦੇ ਤੇ ਸਵਾਲ ਪੁੱਛੇਗਾ, ਉਹ ਕਹੇਗਾ ਮੈਨੂੰ ਕਨਵਿੰਸ ਕਰਾਓ। ਇਹ ਹਾਲਾਂਕਿ ਕਨਵਿੰਸ ਕਰਾਉਣ ਦੀ ਪ੍ਰਕਿਰਿਆ, ਲੌਜਿਕ ਦੀ ਪ੍ਰਕਿਰਿਆ ਵੀ ਇੱਕ ਸਟੇਜ ਤੱਕ ਹੈ, ਉੱਥੇ ਜਾ ਕੇ ਲੌਜਿਕਸ ਵੀ ਖਤਮ ਹੋ ਜਾਂਦੇ ਨੇ। ਹੁਣ ਜਦੋਂ ਤੁਸੀਂ ਦੇਖੋ ਕਿ ਇਹਨਾਂ 'ਚ ਅਸੀਂ ਦੋ ਐਗਜ਼ਾਮਪਲਸ ਲੈ ਕੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਕ ਗੁਰੂ ਨਾਨਕ ਦੀ ਐਗਜ਼ਾਮਪਲ ਹੈ। ਗੁਰੂ ਨਾਨਕ ਜਦੋਂ ਹਰਿਦੁਆਰ 'ਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਪਾਣੀ ਚੜ੍ਹਾਉਣਾ ਸ਼ੁਰੂ ਕੀਤਾ ਪੱਛਮ ਦਿਸ਼ਾ ਵਾਲੇ ਪਾਸੇ, ਤੇ ਸੂਰਜ ਉੱਤਰ ਵਾਲੇ ਪੂਰਬ ਵਾਲੇ ਪਾਸੇ ਸੀ, ਤੇ ਲੋਕ ਸੂਰਜ ਨੂੰ ਪਾਣੀ ਚੜ੍ਹਾ ਰਹੇ ਸੀ, ਤੇ ਉਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ, ਕਿਸੇ ਨਾਲ ਜਾ ਕੇ ਲੜੇ ਨਹੀਂ ਵੀ ਆਹ ਕੀ ਕਰਨਾ ਹੈ, ਆਹ ਕੀ ਤਮਾਸ਼ਾ ਹੈ, ਆਹ ਕੀ ਪਖੰਡ ਹੈ। ਤੇ ਜਦੋਂ ਲੋਕਾਂ ਨੇ ਕਿਹਾ ਵੀ ਤੁਸੀਂ ਇੱਧਰ ਕਿਉਂ, ਤੇ ਉਹਨਾਂ ਨੇ ਤਰਕ ਸ਼ੁਰੂ ਕਰਤਾ, ਲੌਜਿਕ ਸ਼ੁਰੂ ਕਰਤਾ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਮੇਰਾ ਵਿਸ਼ਵਾਸ ਹੈ, ਉਹ ਕਹਿੰਦੇ ਮੈਂ ਖੇਤਾਂ ਨੂੰ ਦੇਣਾ। ਆਪਣੇ ਆਪ ਅਗਲਾ ਲੌਜਿਕ ਆ ਗਿਆ ਜੀ, ਖੇਤਾਂ ਨੂੰ ਕਿੱਦਾਂ ਪਹੁੰਚਿਆ, ਉਹ ਕਹਿੰਦੇ ਜਿੱਦਾਂ ਸੂਰਜ ਨੂੰ ਪਹੁੰਚਿਆ। ਕਿਉਂਕਿ ਬੇਸਿਕ ਲੌਜਿਕ ਸੂਰਜ ਨੂੰ ਪਾਣੀ ਦੇਣ ਦਾ ਕੀ ਹੋ ਸਕਦਾ ਹੈ, ਉਹ ਤਾਂ ਲੋਕੀ ਭੁੱਲ ਚੁੱਕੇ ਸੀ। ਉਹ ਤਾਂ ਖੜੇ ਸੀ ਵਿਸ਼ਵਾਸ ਤੇ ਵੀ ਸੂਰਜ ਨੂੰ ਪਾਣੀ ਦੇਣਾ, ਜਦ ਕਿ ਸੂਰਜ ਨੂੰ ਪਾਣੀ ਦੇਣ ਦੀ ਪਰੰਪਰਾ ਸ਼ੁਰੂ ਕਿਉਂ ਹੋਈ, ਕਿੱਦਾਂ ਹੋਈ, ਉਹਦੇ ਪਿੱਛੇ ਕੋਈ ਜੋ ਲੌਜਿਕ ਹੈਗਾ ਉਹ ਲੌਜਿਕ ਪਤਾ ਹੀ ਨਹੀਂ।
ਉਹ ਲੌਜਿਕ ਬੇਸਿਕਲੀ ਕੀ ਸੀਗਾ ਕਿ ਪਾਣੀ ਜਿਹੜਾ ਉਸਨੂੰ ਅਸੀਂ ਪ੍ਰਿਜ਼ਮ ਕਹਿੰਦੇ ਹਾਂ। ਪ੍ਰਿਜ਼ਮ ਦੇਖਿਆ, ਪ੍ਰਿਜ਼ਮ ਹੁੰਦਾ ਜਿਹਦੇ 'ਚ ਸੂਰਜ ਦੀ ਕਿਰਨ ਪੈਂਦੀ ਹੈ ਤਾਂ ਸਾਰੀਆਂ ਕੰਸੈਂਟਰੇਟ ਹੋ, ਤਾਂ ਉਹ ਸਾਰੀ એનર્ਜੀ ਇੱਕ ਪੁਆਇੰਟ ਤੇ ਫੋਕਸ ਹੋ ਜਾਏ। ਉਹਦੇ 'ਚ ਅਸੀਂ ਐਕਸਪੈਰੀਮੈਂਟ ਵੀ ਕੀਤੇ ਹੋਏ ਨੇ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ। ਤੁਸੀਂ ਲੈਂਸ ਲੈ ਲਓ, ਘਰ ਵੀ ਕਰ ਸਕਦੇ ਹੋ, ਪਰ ਬੜਾ ਕੇਅਰਫੁਲੀ ਕਰਨਾ ਪੈਂਦਾ। ਕੇਅਰ ਉਹਦੇ ਥੱਲੇ ਪੇਜ ਰੱਖ ਲਓ ਅਤੇ ਲੈਂਸ ਨੂੰ ਸੂਰਜ ਦੇ ਕਿਰਨ ਦੇ ਨਾਲ ਜੋੜ ਦਿਓ, ਯਾਨੀ ਸੂਰਜ ਦੀਆਂ ਕਿਰਨਾਂ ਜਿੱਥੇ ਪੈ ਰਹੀਆਂ, ਧੁੱਪ ਆ ਰਹੀ ਹੈ, ਉੱਥੇ ਲੈਂਸ ਰੱਖੋ, ਉਹਦੇ ਥੱਲੇ ਕਾਗਜ਼ ਰੱਖ ਲਓ, ਉਹਦੀ ਲੈਂਸ ਦੀ ਸ਼ੇਡ ਪਏਗੀ, ਥੱਲੇ ਕਾਲਾ ਕਾਲਾ ਆਏਗਾ। ਤੁਸੀਂ ਥੋੜ੍ਹੀ ਦੇਰ ਬਾਅਦ ਦੇਖੋਗੇ ਕਿ ਉਹ ਕਾਗਜ਼ ਸੜਨ ਲੱਗ ਜਾਂਦਾ, ਅੱਗ ਲੱਗ ਜਾਂਦੀ। ਤਾਂ ਮੈਂ ਕਿਹਾ ਕੇਅਰਫੁਲੀ ਕਰਨਾ। ਹੁਣ ਕਹੋਗੇ ਵੀ ਅੱਗ ਤਾਂ ਆਪਾਂ ਲਾਈ ਨਹੀਂ, ਤੇ ਅੱਗ ਕਿੱਦਾਂ ਲੱਗ ਗਈ? ਨਾ ਲੈਂਸ 'ਚ ਅੱਗ ਹੈ, ਨਾ ਆਪਾਂ ਧੁੱਪੇ ਬਹਿੰਦੇ ਹਾਂ ਸਾਨੂੰ ਅੱਗ ਲੱਗਦੀ ਹੈ, ਤੇ ਕਾਗਜ਼ ਦੇ ਟੁਕੜੇ ਨੂੰ ਅੱਗ ਕਿੱਦਾਂ ਲੱਗ ਗਈ? ਤੁਸੀਂ ਕਾਰ 'ਚ ਬੈਠੋ, ਸ਼ੀਸ਼ੇ ਬੰਦ ਕਰ ਲਓ, ਜਿੱਧਰੋਂ ਦੀ ਧੁੱਪ ਪੈਂਦੀ ਹੈ ਤੁਸੀਂ ਦੇਖੋ ਕਿ ਸ਼ੀਸ਼ੇ ਦੇ ਵਿੱਚੋਂ ਦੀ ਧੁੱਪ ਤੁਹਾਨੂੰ ਜ਼ਿਆਦਾ ਸਿੱਕਾ ਮਾਰਦੀ ਹੈ। ਕਿਉਂ? ਜਦੋਂ ਤੁਸੀਂ ਕੱਪੜਾ ਲਾ ਲੈਂਦੇ ਹੋ ਤਾਂ ਨਹੀਂ ਮਾਰਦੀ, ਕਿਉਂਕਿ ਜਦੋਂ ਸੂਰਜ ਉਹਦੇ ਵਿੱਚੋਂ ਜਾਂਦੀ ਹੈ ਤਾਂ ਉਹਦੀ ਲਾਈਟ ਫੋਕਸ ਹੋ ਜਾਂਦੀ ਹੈ। ਉਹ ਇੱਕ ਥਾਂ ਦੇ ਉੱਤੇ ਉਹਦੀ ਸਾਰੀ એનર્ਜੀ ਫੋਕਸ ਹੋ ਜਾਂਦੀ ਹੈ, ਇਕੱਠੀ ਹੋ ਜਾਂਦੀ ਹੈ, ਔਰ ਕਾਗਜ਼ ਦੇ ਉੱਤੇ ਇੰਨੀ ਇਕੱਠੀ ਹੋ ਜਾਂਦੀ ਹੈ ਕਿ ਕਾਗਜ਼ ਉਹਨੂੰ ਅੱਗ ਲੱਗ ਜਾਂਦੀ ਹੈ, ਯਾਨੀ ਸੜਨ ਲੱਗ ਜਾਂਦਾ। ਅਸੀਂ ਜੰਗਲਾਂ 'ਚ ਦੇਖਦੇ ਹਾਂ ਨਾ, ਗਰਮੀਆਂ 'ਚ ਸੁਣਦੇ ਹਾਂ ਵੀ ਅੱਗ ਲੱਗ ਗਈ, ਵੀ ਉੱਥੇ ਅੱਗ ਕਿਹਨੇ ਲਾ ਦਿੱਤੀ? ਉਹ ਧੁੱਪ ਫੋਕਸ ਹੋ ਗਈ, ਉੱਥੇ ਇੰਨੀ ਜ਼ਿਆਦਾ ਹੋ ਗਈ ਕਿ ਜਿੰਨੀ ਕਿਸੇ ਚੀਜ਼ ਦੇ ਜਲਣ ਦੀ ਕਪੈਸਿਟੀ ਹੁੰਦੀ ਹੈ ਵੀ ਇੱਥੇ ਤੱਕ ਜਲਣਾ ਸ਼ੁਰੂ ਹੋ ਜਾਂਦਾ, ਉਹ ਉੱਥੇ ਤੱਕ ਜਲਣਾ ਸ਼ੁਰੂ ਹੋ ਗਿਆ। ਦਿਸ ਵਾਜ਼ ਐਨ ਐਕਸਪੈਰੀਮੈਂਟ। ਇਹ ਲੌਜਿਕ ਸੀ, ਪਰ ਲੌਜਿਕ ਖਤਮ ਹੋ ਗਿਆ ਵੀ ਫੋਕਸ ਕਰਨਾ ਹੈ, ਸਰੀਰ ਨੂੰ એનર્ਜੀ ਦੇਣੀ ਹੈ, એનર્ਜੀ ਲੈਣ ਲਈ ਅੱਧਾ ਘੰਟਾ ਤੁਹਾਨੂੰ ਪਾਣੀ 'ਚ ਬੈਠਣਾ ਪਏਗਾ, ਉਹਦੇ 'ਚ ਤੁਸੀਂ ਬੈਠੋਗੇ, ਉਹ ਛੱਡ ਦਿਓ ਵੀ ਅਰਪਣ ਕੀਤਾ, ਚਲੋ ਘਰ ਨੂੰ ਚੱਲੀਏ। ਤੇ ਨਾਨਕ ਨੇ ਕੁਛ ਨਹੀਂ ਕੀਤਾ, ਉਹ ਲੌਜਿਕ ਨਾਲ ਗੱਲ ਕੀਤੀ, ਲੋਕਾਂ ਨੂੰ ਲੌਜਿਕ ਸਮਝ ਆ ਗਿਆ। ਇੱਦਾਂ ਹੀ ਮਹਾਤਮਾ ਬੁੱਧ ਦੇ ਵਿੱਚ ਆਉਂਦਾ ਕਿ ਜਦੋਂ ਤੁਸੀਂ ਲੌਜਿਕ ਕਰਦੇ ਹੋ ਵੀ ਜਨਮ ਤੋਂ ਪਹਿਲਾਂ ਕੀ ਹੈ, ਉਹ ਕਹਿੰਦਾ ਜੀ ਮੈਂ ਨਹੀਂ ਮੰਨਦਾ ਕੁਛ ਵੀ ਹੁੰਦਾ। ਡਾਕਟਰ ਸਾਇੰਟਿਸਟ ਵੀ ਕਈ ਵਾਰੀ ਕਹਿੰਦੇ ਆ, ਕਈ ਕਹਿੰਦੇ ਕਈ ਨਹੀਂ ਕਹਿੰਦੇ, ਪਰ ਇੱਕ ਥਿਊਰੀ ਆਫ ਐਵੋਲੂਸ਼ਨ ਵੀ ਹੈ ਚਾਰਲਸ ਡਾਰਵਿਨ ਦੀ। ਉਹਨੂੰ ਕਹਿੰਦੇ ਵੀ ਜੇ ਬੱਚੇ ਦੇ ਜਨਮ ਤੋਂ ਪਹਿਲਾਂ ਉਸ ਬੱਚੇ ਦਾ ਕੋਈ ਅਸਤਿਤਵ ਨਹੀਂ ਸੀ, ਤਾਂ ਉਸ ਬੱਚੇ ਦੇ ਵਿੱਚ ਕੁਝ ਉਹ ਚੀਜ਼ਾਂ ਐਸੀਆਂ ਕਿੱਦਾਂ ਆ ਗਈਆਂ ਜੋ ਉਹਨੂੰ ਕਿਸੇ ਨੇ ਨਹੀਂ ਸਿਖਾਈਆਂ। ਆਪਾਂ ਕਈ ਵਾਰੀ ਬੱਚੇ ਨੂੰ ਦੇਖ ਕੇ ਕਹਿੰਦੇ ਪਤਾ ਨਹੀਂ ਇਹਨੂੰ ਕਿਹਨੇ ਸਿਖਾਤੀ, ਵੀ ਸਾਡੇ ਘਰ 'ਚ ਤਾਂ ਕਿਸੇ ਨੇ ਸਿਖਾਇਆ। ਉਹ ਉਹਦੇ ਪਹਿਲਾਂ ਹੀ ਆਈ ਹੈ, ਉਹਦੇ ਹੈਰੀਡਿਟਰੀ ਹੈ। ਅਨਪੜ੍ਹ ਪਰਿਵਾਰ 'ਚ ਬੱਚਾ ਪੈਦਾ ਹੁੰਦਾ, ਸਾਇੰਟਿਸਟ ਬਣ ਜਾਂਦਾ, ਡਾਕਟਰ ਬਣ ਜਾਂਦਾ ਹੈ, ਉਹਨੂੰ ਕਿਹਨੇ ਪੜ੍ਹਾਇਆ? ਡਾਕਟਰ ਨੇ ਡਾਕਟਰੀ ਪੜ੍ਹਾਈ ਤਾਂ ਸਮਝ ਆਈ। ਇਹ ਹੈ ਲੌਜਿਕਸ। ਤੇ ਲੌਜਿਕ ਨੂੰ ਜਦੋਂ ਅਸੀਂ ਲੌਜਿਕ 'ਚ ਅੱਗੇ ਜਾਂਦੇ ਰਹਿੰਦੇ ਹਾਂ, ਹੈਰੀਡਿਟਰੀ ਸਮਝਦੇ ਹਾਂ, ਜੀਨ ਸਮਝਦੇ ਹਾਂ, ਜੀਨਾਂ ਦੇ ਕਰੈਕਟਰ ਸਮਝਦੇ ਹਾਂ। ਤੁਸੀਂ ਜੀਨਸ ਪੜ੍ਹਦੇ ਹੋ ਤੇ ਜੀਨਸ ਦੇ ਵਿੱਚ ਕੀ ਕਿਹਾ ਜਾਂਦਾ ਵੀ ਕਈ ਵਾਰੀ ਹੋ ਸਕਦਾ ਕਿ ਬੱਚੇ ਦੀ ਹਾਈਟ ਬੜੀ, ਮਾਂ ਪਿਓ ਦੀ ਹਾਈਟ ਛੋਟੀ ਹੈ, ਬੱਚੇ ਦੀ ਜ਼ਿਆਦਾ, ਵੀ ਉਹ ਕਿੱਥੋਂ ਆ ਗਈ? ਉਹ ਹੈ ਵੀ ਜੀਨਸ ਹੁੰਦੇ ਆ ਦੋ ਤਰ੍ਹਾਂ ਦੇ, ਕੁਝ ਡੋਮੀਨੇਟ ਕਰਦੇ ਆ, ਕੁਝ ਰਿਸੈਸਿਵ ਹੁੰਦੇ ਆ, ਤੇ ਉਹ ਕਹਿੰਦੇ ਵੀ ਜਿਹੜੇ ਮਾਂ ਪਿਓ ਦੇ ਜੀਨਸ ਜਿਹੜੇ ਡੋਮੀਨੇਟ ਕਰਦੇ ਆ, ਉਹ ਬੱਚਾ ਉਧਰ ਨੂੰ ਜਾਂਦਾ। ਕਈ ਵਾਰੀ ਮਾਂ ਦੇ ਜੀਨਸ ਡੋਮੀਨੇਟ ਕਰਦੇ, ਕਈ ਵਾਰੀ ਬਾਪ ਦੇ ਕਰਦੇ, ਔਰ ਤੁਹਾਨੂੰ ਹੈਰਾਨੀ ਹੋਊਗੀ ਜਾਣ ਕੇ ਕਈ ਵਾਰੀ ਦਾਦੇ ਦੇ ਕਰਦੇ, ਦਾਦੀ ਦੇ ਕਰਦੇ, ਪੜਦਾਦੇ ਦੇ ਕਰਦੇ ਆ। ਉਹ ਤਾਂ ਹੀ ਤੁਹਾਡੇ ਘਰ 'ਚ ਬੁੜੀਆਂ ਜਦੀ ਕਹਿ ਦਿੰਦੀਆਂ ਉਹ ਇਹਦਾ ਦਾਦਾ ਵੀ ਲੰਬਾ ਸੀ। ਕਿਉਂ? ਕਿਉਂਕਿ ਉਹਨਾਂ ਨੇ ਇਹ ਗੱਲ ਕਿਤੇ ਸਮਝੀ ਹੋਈ ਸੀ ਪੁਰਾਣੇ ਜ਼ਮਾਨੇ 'ਚ ਕਿ ਜਿਹੜੇ ਜੀਨਸ ਨੇ ਉਹ ਸਿਰਫ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨਹੀਂ ਕਰਦੇ, ਦੂਜੀ ਤੋਂ ਸਿੱਧੀ ਇੱਕ 'ਚ ਵੀ ਕਰ ਸਕਦੇ, ਤੀਜੀ ਤੋਂ ਵੀ ਕਰ ਸਕਦੇ। ਇਹ ਲੌਜਿਕ ਨੇ ਉਹਦੇ ਪਿੱਛੇ। ਪਰ ਇਹਨਾਂ ਲੌਜਿਕਸ ਤੋਂ ਬਾਅਦ ਜਾ ਕੇ ਫਿਰ ਬੰਦੇ ਦਾ ਅਟੁੱਟ ਵਿਸ਼ਵਾਸ ਪੈਦਾ ਹੁੰਦਾ। ਤਾਂ ਬੁੱਧਿਜ਼ਮ ਕਹਿੰਦਾ ਹੈ ਕਿ ਉਹਨੂੰ ਪਹਿਲਾਂ ਪਰਖਣ ਦੀ ਕੋਸ਼ਿਸ਼ ਤਾਂ ਕਰੋ। ਸੋ ਦੈਟ ਵਾਜ਼ देयर ਮੇਨ ਏਜੰਡਾ। ਤੋ ਇਸ ਤਰੀਕੇ ਦੇ ਨਾਲ ਮਹਾਤਮਾ ਬੁੱਧ ਨੇ ਬੇਟਾ ਜਿਹੜੀਆਂ ਉਹ ਸਿੱਖਿਆਵਾਂ ਕੀਤੀਆਂ। ਜਿੱਦਾਂ ਅਸੀਂ ਜੈਨ ਧਰਮ 'ਚ ਪੜ੍ਹਿਆ ਵੀ ਉਹਦੇ ਅੱਗੋਂ ਕਈ ਸੰਪਰਦਾਇ ਬਣੇ, ਬੁੱਧ ਧਰਮ 'ਚ ਵੀ ਦੋ ਬਣੇ। ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਹੀਨਯਾਨ, ਔਰ ਦੂਜੇ ਨੂੰ ਅਸੀਂ ਕਹਿ ਦਿੰਦੇ ਹਾਂ ਮਹਾਯਾਨ।